Good morning dear students. In this video we are going to discuss differentiation or derivative. This topic helps you to solve numerical problems and other articles in physics. So we are going to discuss some formulas related to differentiation. So first of all we will discuss what is the meaning of differentiation. कि differentiation है जो ਉਹਦਾ meaning ਕੀ ਹੁੰਦਾ। डिफरेंशिएशन एक्चुअल ਦੇ ਵਿੱਚ ਚੇਂਜ ਨੂੰ ਰਿਪਰੈਜ਼ੈਂਟ ਕਰਦਾ ਹੁੰਦਾ। ਕਿਸੇ ਵੀ ਬਾਡੀ ਦੇ ਵਿੱਚ ਟਾਈਮ ਦੇ ਨਾਲ ਜਾਂ ਕੋਈ ਹੋਰ ਕੋਆਰਡੀਨੇਟ ਚੇਂਜ ਹੋਣ ਦੇ ਨਾਲ ਕੀ ਚੇਂਜ ਹੋਈ। ਤਾਂ ਮਤਲਬ ਆਪਾਂ ਕਹਿ ਸਕਦੇ ਹਾਂ ਕਿ ਬਾਡੀ ਦੇ ਵਿੱਚ ਕਿਸੇ ਬਾਡੀ ਦੇ ਵਿੱਚ ਕਿੰਨੀ ਕਿਸੇ ਜਿਵੇਂ ਆਪਾਂ ਸਪੋਜ਼ ਕਰ ਲਓ ਆਪਾਂ ਗੱਲ ਕਰਦੇ ਪਏ ਆ ਕੋਈ ਬਾਡੀ ਟਰੈਵਲ ਕਰਦੀ ਪਈ ਆ, ਠੀਕ ਹੈ। ਜਦੋਂ ਟਰੈਵਲ ਕਰਦੀ ਪਈ ਆ ਉਸ ਤੋਂ ਬਾਅਦ ਦੇਖੋ ਕੀ ਹੋਊਗਾ कि ਉਹਦੀ ਪੋਜੀਸ਼ਨ ਵੀ ਤਾਂ ਚੇਂਜ ਹੋਊਗੀ। ਮਤਲਬ ਟਾਈਮ ਵੀ ਅੱਗੇ ਪਾਸ ਹੋਈ ਜਾਂਦਾ, ਟਾਈਮ ਵੀ ਵਧੀ ਜਾਂਦਾ ਤੇ ਨਾਲ ਦੀ ਨਾਲ ਕੀ ਹੁੰਦਾ ਪਿਆ ਉਹਦੀ ਪੋਜੀਸ਼ਨ ਵੀ ਚੇਂਜ ਹੁੰਦੀ ਪਈ ਹੈ। ਮਤਲਬ ਟਾਈਮ ਦੇ ਨਾਲ ਆਪਾਂ ਦੱਸ ਸਕਦੇ ਹਾਂ ਉਹਦੀ ਪੋਜੀਸ਼ਨ ਚੇਂਜ ਹੋਈ ਹੈ। ਤਾਂ ਉਸ ਨੂੰ ਆਪਾਂ ਇੱਕ ਤਰ੍ਹਾਂ ਡਿਫਰੈਂਸ਼ੀਏਸ਼ਨ ਦੇ ਨਾਲ ਰਿਪਰੈਜ਼ੈਂਟ ਕਰ ਸਕਦੇ ਹਾਂ। ਜੇ ਆਪਾਂ ਇਹਦੀ ਡੈਫੀਨੇਸ਼ਨ ਦੀ ਗੱਲ ਕਰੀਏ ਉਹ ਤੁਸੀਂ ਵੈਸੇ ਯਾਦ ਹੀ ਰੱਖਣੀ ਆ ਤੇ ਇਹਦੀ ਡੈਫੀਨੇਸ਼ਨ ਕੀ ਹੈ ਇੰਸਟੈਂਟੇਨੀਅਸ ਚੇਂਜ, ठीक है। इंस्टेंटेनियस रेट ऑफ चेंज कहांगे ਆਪਾਂ इन y विद रिस्पेक्ट टू x। देखो कितना जे x कोऑर्डिनेट आ y कोऑर्डिनेट आ कि x ਦੇ ਚੇਂਜ ਹੋਣ ਦੇ ਨਾਲ ਰੇਟ ਆਫ ਚੇਂਜ ਆਫ y ਵਿਦ ਰਿਸਪੈਕਟ ਟੂ x ਕਿ x ਦੇ ਚੇਂਜ ਹੋਣ ਦੇ ਨਾਲ y ਦੇ ਉੱਤੇ ਕੀ ਇਫੈਕਟ ਪੈਂਦਾ ਪਿਆ। ਸਪੋਜ਼ ਕਰ ਲਓ ਆਪਣੇ ਕੋਲ ਡਿਫਰੈਂਟ ਵੈਲਿਊਜ਼ ਆ जिवें आपां सिंपल ग्राफ प्लॉट करते हैं। सपोज कर लो अपने को ग्राफ आ गया, आपां फाइंड करना इहदा डेरिवेटिव, ठीक है। डेरिवेटिव आपां की कहा सी इंस्टेंटेनियस चेंज हुंदी है, रेट ऑफ चेंज। इंस्टेंटेनियस दा मतलब हुंदा वा बहुत ही घट टाइम का मतलब जीरो नु भी सेकंड दा भी कोई किन्नवा हिस्सा हो सकदा हो का मतलब बहुत ही घट टाइम दे विच आपां की करना किसी बॉडी दे विच चेंज फाइंड करनी हुंदी है। कोई भी इंटरवल चूज कर लो, सपोज कर लो अपने को इंटरवल हो गया, इस इंटरवल दे विच आपां देखना हुंदा x दे विच कितनी चेंज हुई ते y दे विच कितनी चेंज हुई। मतलब y दी वैल्यू इन्हां दोवां दे उत्ते कितनी सीगी ते इन्हां दोवां पॉइंट्स दे उत्ते कितनी सीगी का ओ आपां की कहांगे ਇਹ ਚੇਂਜ ਨੂੰ ਰਿਪਰੈਜ਼ੈਂਟ ਕਰਦੇ ਆ। ਆਪਾਂ ਇਹਨੂੰ ਇਸ ਤਰ੍ਹਾਂ ਲਿਖਾਂਗੇ ਚੇਂਜ ਇਨ y ਓਵਰ ਚੇਂਜ ਇਨ x, ठीक है। ਇਹ ਆਪਾਂ ਨੇ ਕੋਲ ਕੀ ਆ ਗਿਆ ਡਿਫਰੈਂਸ਼ੀਏਸ਼ਨ ਦੀ ਡੈਰੀਵੇਟਿਵ ਦੀ ਡੈਫੀਨੇਸ਼ਨ ਹੁੰਦੀ ਹੈ ਕਿ y ਦੇ ਵਿੱਚ ਕਿੰਨਾ ਚੇਂਜ ਹੋਇਆ ਤੇ x ਦੇ ਵਿੱਚ ਕਿੰਨਾ ਚੇਂਜ ਹੋਇਆ। ਹੁਣ ਜਿਹੜੇ ਫਾਰਮੂਲੇ ਆ ਮੇਨ ਉਹ ਫਾਰਮੂਲੇ ਤੁਸੀਂ ਯਾਦ ਰੱਖਣੇ ਆ ਜਿਹੜੇ ਆਪਾਂ ਨੂੰ ਹੈਲਪ ਕਰਨਗੇ ਕਿਸੇ ਵੀ ਪ੍ਰੋਬਲਮ ਨੂੰ ਸੋਲਵ ਕਰਨ ਲਈ। ਹੁਣ ਫਾਰਮੂਲਾਸ ਕੀ ਆ ਇਹ ਧਿਆਨ ਨਾਲ ਤੁਸੀਂ ਐਜ਼ ਇਟ ਹੀ ਯਾਦ ਰੱਖਣੇ ਆ, ਸਮਝਣਾ ਇਹਨਾਂ ਨੂੰ। ਕੋਈ ਵੀ ਕਾਂਸਟੈਂਟ ਆ ਜੇ ਆ ਜੋ ਮੈਂ ਲਿਖਿਆ ਵਾ d/dx ਇਹ ਡੈਰੀਵੇਟਿਵ ਦਾ ਸਿੰਬਲ ਹੁੰਦਾ ਆ ਜਿਹਦੇ ਨਾਲ ਆਪਾਂ ਡੈਰੀਵੇਟਿਵ ਕਰਨਾ ਹੁੰਦਾ। x ਨਾਲ ਕਰਨਾ x ਲਿਖ ਦਾਂਗੇ, y ਨਾਲ ਕਰਨਾ y ਲਿਖ ਦਾਂਗੇ, z ਨਾਲ ਲਿਖਣਾ z, t ਨਾਲ ਲਿਖਣਾ ਤਾਂ t ਇੱਥੇ ਲਿਖ ਦਾਂਗੇ। ਮਤਲਬ ਇਹ ਆਪਣੇ ਕੋਲ ਕੀ ਹੈ ਡਿਫਰੈਂਸ਼ੀਏਸ਼ਨ ਦਾ ਸਿੰਬਲ। ਹੁਣ ਆਪਾਂ ਡੈਰੀਵੇਟਿਵ ਕਰਨ ਲੱਗੇ ਆ ਕਿਸੇ ਵੀ ਕਾਂਸਟੈਂਟ ਟਰਮ ਦਾ। ਆਪਾਂ ਕੁਝ ਕੀ ਫਾਰਮੂਲੇ ਡਿਸਕਸ ਕਰਨੇ ਆ ਜਿਹੜੇ ਮੇਨ ਯੂਜ਼ ਹੁੰਦੇ ਆਪਣੀ ਫਿਜ਼ਿਕਸ ਦੇ ਵਿੱਚ। ਕਿ ਵੈਸੇ ਤਾਂ ਬਹੁਤ ਜ਼ਿਆਦਾ ਫਾਰਮੂਲੇ ਆ ਤੇ ਆਪਾਂ ਉਹਨਾਂ ਦੇ ਵਿੱਚੋਂ ਲਿਮਿਟਡ ਜਿਹੇ ਯੂਜ਼ ਕਰਾਂਗੇ ਜਿਹੜੇ ਆਪਣੇ ਯੂਜ਼ ਹੁੰਦੇ ਆ ਫਿਜ਼ਿਕਸ ਵਿੱਚ। ਕੋਈ ਵੀ ਕਾਂਸਟੈਂਟ ਆ ਜੇ ਕਾਂਸਟੈਂਟ ਦਾ ਜਿਹੜਾ ਡੈਰੀਵੇਟਿਵ ਆ ਉਹ ਹਮੇਸ਼ਾ ਕੀ ਹੁੰਦਾ ਜ਼ੀਰੋ ਹੁੰਦਾ। ਯਾਦ ਰੱਖਣਾ ਕੋਈ ਵੀ ਇਕੱਲਾ ਕਾਂਸਟੈਂਟ ਹੋਵੇ ਉਹਦੇ ਨਾਲ ਵੇਰੀਏਬਲ ਨਾ ਲੱਗਾ ਹੋਵੇ। ਤਾਂ ਹੁਣ ਦੇਖੋ x ਆਪਣੇ ਕੋਲ x ਆਪਣਾ ਵੇਰੀਏਬਲ x ਨੂੰ ਛੱਡ ਕੇ a ਤੋਂ ਲੈ ਕੇ z ਤੱਕ ਜੋ ਵੀ ਇੱਥੇ ਟਰਮ ਹੋਊਗੀ ਉਹ ਸਾਰੇ ਆਪਾਂ ਕਾਂਸਟੈਂਟ ਦੇਖਣੇ ਆ, ठीक है। वो सारे कांस्टेंट होंगे। इसी तरह जो भी अपने को नंबर आ 1 2 3 4 जिन्ने मर्जी होवे पॉजिटिव आ चाहे नेगेटिव आ चाहे रैशनल आ वो सारे की है कांस्टेंट आ, उनका डेरिवेटिव भी जीरो होगा। कोई भी कांस्टेंट आ जाए उसका डेरिवेटिव हमेशा जीरो होता, ठीक है। कोई भी नंबर आ जाए x ਨੂੰ ਛੱਡ ਕੇ कोई भी इत्थे ਆਪਾਂ टर्म लिख दे a b c d ਉਹਦਾ डेरिवेटिव ਕੀ ਹੋਊਗਾ जीरो होगा, कांस्टेंट होगा। सेकंड की अपने को d/dx x ਦਾ ਡੈਰੀਵੇਟਿਵ x ਦੇ ਨਾਲ ਕਰਨਾ, ठीक है। x ਦਾ ਡੈਰੀਵੇਟਿਵ
ਜਦੋਂ ਵੀ ਵੇਰੀਏਬਲ ਦਾ ਡੈਰੀਵੇਟਿਵ ਵੇਰੀਏਬਲ ਦੇ ਨਾਲ ਹੀ ਕਰਨਾ ਉਹ ਹਮੇਸ਼ਾ 1 ਹੋਇਆ ਕਰੂਗਾ। ਜਿੱਥੇ ਮੈਂ ਲਿਖਦਾ y ਦਾ ਡੈਰੀਵੇਟਿਵ y ਦੇ ਨਾਲ 1 ਹੋਊਗਾ, z ਲਿਖਦਾ ਇੱਥੇ z ਦਾ ਡੈਰੀਵੇਟਿਵ z ਨਾਲ 1 ਹੋਊਗਾ। ਇੱਥੇ x ਦੀ ਜਗ੍ਹਾ t ਰਾਈਟ ਕਰਤਾ, t ਦਾ t ਦੇ ਨਾਲ 1 ਹੋਊਗਾ। ਹੁਣ ਉਸ ਤੋਂ ਬਾਅਦ ਜੇ ਹੁਣ ਆਪਾਂ ਵੇਰੀਏਬਲ ਨੂੰ ਤੇ ਕਾਂਸਟੈਂਟ ਨੂੰ ਕੰਬਾਈਨ ਕਰ ਦਈਏ, ਠੀਕ ਹੈ, ਉਸ ਵੇਲੇ ਤੁਸੀਂ ਕੀ ਦੇਖਣਾ ਵਾ, ਫਿਰ ਨਹੀਂ ਤੁਸੀਂ ਕਾਂਸਟੈਂਟ ਦਾ ਇਹ ਨਾ ਕਰਿਓ ਕਿ 0 ਲਿਖ ਦਿਓ। ਜਦੋਂ ਵੀ ਵੇਰੀਏਬਲ ਸਪੋਜ਼ ਕਰ ਲਓ ਆਪਾਂ ਕੋਈ ਐਗਜ਼ਾਮਪਲ ਲੈ ਲੈਂਦੇ ਹਾਂ 5x ਆ 5x ਆ ਗਿਆ, ਇਹਦਾ ਆਪਾਂ ਡੈਰੀਵੇਟਿਵ ਕਰਨਾ। 5 ਕੀ ਆ ਕਾਂਸਟੈਂਟ ਆ, x ਵੇਰੀਏਬਲ ਆ। ਹੁਣ ਇਹਦਾ ਅਲੱਗ-ਅਲੱਗ ਡੈਰੀਵੇਟਿਵ ਕਰਕੇ 0 ਨਹੀਂ ਕਰਨਾ ਕਿਉਂਕਿ 5 ਕਾਂਸਟੈਂਟ ਆ, ਤਾਂ ਆਪਾਂ ਕੀ ਕੀਤਾ ਕਾਂਸਟੈਂਟ ਦਾ ਡੈਰੀਵੇਟਿਵ 0। ਪਰ ਜਦੋਂ ਵੀ ਇਸ ਤਰ੍ਹਾਂ ਦੀ ਕੰਡੀਸ਼ਨ ਆਉਂਦੀ ਆਪਣੇ ਕੋਲ ਕਿ ਵੇਰੀਏਬਲ ਦੇ ਨਾਲ ਜਿਹੜੀ ਕਾਂਸਟੈਂਟ ਟਰਮ ਆ ਉਹ ਮਲਟੀਪਲਾਈ ਹੋਵੇ, ਫਿਰ ਤੁਸੀਂ ਕੀ ਕਰਨਾ, ਜੋ ਵੀ ਇਹਦੇ ਅੱਗੇ ਕਾਂਸਟੈਂਟ ਲੱਗਾ ਹੋਊਗਾ ਉਹਨੂੰ ਬਾਹਰ ਲਿਖ ਲੈਣਾ। ਡੈਰੀਵੇਟਿਵ ਤੋਂ ਪਹਿਲਾਂ ਕੀ ਰਹਿ ਗਿਆ dx/dx, ਇਹ ਆਪਾਂ ਹੁਣੇ ਕੀਤਾ dx/dx ਕਿੰਨਾ ਹੁੰਦਾ, ਡੈਰੀਵੇਟਿਵ 1 ਹੋ ਗਿਆ, ਕੱਲਾ 5 ਲੈ ਜਾਊਗਾ। ਠੀਕ ਹੈ, ਇਸ ਤਰ੍ਹਾਂ ਕਰਨਾ ਹੈ। ਪਹਿਲਾਂ ਕੱਲਾ ਕਾਂਸਟੈਂਟ ਸੀਗਾ, ਕੱਲੇ ਕਾਂਸਟੈਂਟ ਦਾ ਡੈਰੀਵੇਟਿਵ 0। ਜੇ ਕਾਂਸਟੈਂਟ ਦੇ ਨਾਲ ਕੋਈ ਵੇਰੀਏਬਲ ਲੱਗਾ ਹੋਇਆ ਫਿਰ ਉਹ ਕਾਂਸਟੈਂਟ ਦਾ ਡੈਰੀਵੇਟਿਵ ਤੁਸੀਂ 0 ਨਹੀਂ ਲਿਖਣਾ। ਫਿਰ ਉਹ ਮੈਥਡ ਚਾਹੇ ਕੁਝ ਵੀ ਲੱਗੇ ਦੇਂਗੇ ਉਹ ਤੁਸੀਂ ਐਜ਼ ਇਟ ਹੀ ਲਿਖ ਲੈਣਾ ਡੈਰੀਵੇਟਿਵ ਤੋਂ ਬਾਅਦ, ਤੇ ਆ ਟਰਮ ਦਾ ਡੈਰੀਵੇਟਿਵ ਹੋ ਗਿਆ। ਨੈਕਸਟ ਜੋ ਆਪਣੇ ਕੋਲ ਫਾਰਮੂਲਾ, ਉਹ ਫਾਰਮੂਲਾ ਵਾ ਆਪਣੇ ਕੋਲ ਜਦੋਂ ਆਪਣੇ ਕੋਲ x ਦੀ ਪਾਵਰ ਕੁਝ ਵੀ ਹੋਵੇ, ਰੈਸ਼ਨਲ ਹੋਵੇ, ਠੀਕ ਆ, ਪਲੱਸ 'ਚ ਹੋਵੇ ਜਾਂ ਮਾਈਨਸ 'ਚ ਹੋਵੇ, ਉਸ ਟਾਈਮ ਦੇ ਉੱਤੇ ਆਪਾਂ ਕਿਹੜਾ ਫਾਰਮੂਲਾ ਯੂਜ਼ ਕਰਨਾ, d/dx। ਉਦੋਂ ਦੇਖੋ ਕਿਵੇਂ ਆਪਾਂ ਯੂਜ਼ ਕਰਨਾ ਫਾਰਮੂਲਾ, ਜਿੰਨੀ ਵੀ ਪਾਵਰ ਹੋਊਗੀ ਪੋਜ਼ਿਟਿਵ, ਨੈਗੇਟਿਵ, ਰੈਸ਼ਨਲ, ਉਹ ਆਪਾਂ ਐਜ਼ ਇਟ ਹੀ ਅੱਗੇ ਲਿਖ ਲੈਣੀ ਹੈ ਤੇ ਪਾਵਰ ਦੇ ਵਿੱਚੋਂ 1 ਮਾਈਨਸ ਕਰ ਦੇਣਾ। ਠੀਕ ਹੈ, ਕੀ ਕਰਨਾ ਆਪਾਂ ਪਾਵਰ ਅੱਗੇ ਲੈ ਆਉਣੀ ਆ, ਪਾਵਰ ਚੋਂ 1 ਮਾਈਨਸ ਕਰ ਦਾਂਗੇ। ਦੇਖੋ ਇੱਕ ਐਗਜ਼ਾਮਪਲ ਦੇਖ ਸੋਲਵ ਕਰਦੇ ਆਪਾਂ, ਇਹਦੇ ਨਾਲ ਦੀ ਕਲੀਅਰ ਹੋ ਜਾਊਗਾ। ਸਪੋਜ਼ ਕਰ ਲਓ x ਰੇਜ਼ ਟੂ ਪਾਵਰ 5, ਇਹਦਾ ਡੈਰੀਵੇਟਿਵ ਕਰਨਾ ਆਪਾਂ। ਫਾਰਮੂਲਾ ਦੇਖੋ x ਦੀ n ਦੀ ਜਗ੍ਹਾ ਕਿੰਨਾ ਆ ਗਿਆ 5 ਆ ਗਿਆ। ਆਪਾਂ ਕੀ ਕਿਹਾ ਸੀ ਫਾਰਮੂਲੇ 'ਚ ਪਾਵਰ ਅੱਗੇ ਲੈਣੀ ਆ, 5 ਐਜ਼ ਇਟ ਹੀ ਲਿਖ ਦੇਣਾ, ਅੱਗੇ ਆ ਗਿਆ ਤੇ ਪਾਵਰ ਚੋਂ ਕੀ ਕਰਤਾ ਆਪਾਂ 1 ਮਾਈਨਸ ਕਰਤਾ, ਕਿੰਨਾ ਰਹਿ ਗਿਆ x ਰੇਜ਼ ਟੂ ਪਾਵਰ 4, ਇਹਦਾ ਡੈਰੀਵੇਟਿਵ ਆ ਜਾਊਗਾ। ਇਸੇ ਤਰ੍ਹਾਂ ਚਾਹੇ ਪਾਵਰ ਪਲੱਸ ਜਾਂ ਮਾਈਨਸ ਜਾਂ ਰੈਸ਼ਨਲ ਆ, ਇਹੀ ਮੈਥਡ ਆਪਾਂ ਯੂਜ਼ ਕਰਨਾ। ਠੀਕ ਹੈ, ਜੇ ਮਾਈਨਸ ਆਪਾਂ -5 ਲਿਖ ਦੇਣਾ ਸੀ, -5 -1 -6 ਹੋ ਜਾਣਾ ਸੀ। ਨੈਕਸਟ ਸੇਮ, ਜੇ ਇਸ ਦੇ ਨਾਲ ਕੋਈ ਕਾਂਸਟੈਂਟ ਆਉਂਦਾ, ਸਪੋਜ਼ ਕਰ ਲਓ ਆਪਣੇ ਕੋਲ ਕੋਈ ਵੀ ਕਾਂਸਟੈਂਟ ਆ a b c ਜਾਂ 1 2 3 ਕੁਝ ਵੀ ਹੋ ਸਕਦਾ, x ਰੇਜ਼ ਟੂ ਪਾਵਰ n by dx। ਸੇਮ ਇਹਦੇ ਨਾਲ ਦਾ ਆਪਾਂ ਕੀ ਕਿਹਾ ਸੀਗਾ, ਜਦੋਂ ਵੇਰੀਏਬਲ ਤੇ ਕਾਂਸਟੈਂਟ ਇਕੱਠੇ ਹੋ ਜਾਣ ਕੀ ਕਰਨਾ, ਕਾਂਸਟੈਂਟ ਨੂੰ ਐਜ਼ ਇਟ ਹੀ ਲਿਖਣਾ a, ਫਿਰ d/dx ਆ ਤਾਂ ਬਾਹਰ ਆ ਗਿਆ, x ਰੇਜ਼ ਟੂ ਪਾਵਰ n, ਇਹਦਾ ਫਾਰਮੂਲਾ ਆਪਾਂ ਨੂੰ ਪਤਾ ਹੀ ਆ, ਦੇਖੋ a ਪਾਵਰ ਅੱਗੇ n, x ਦੀ ਪਾਵਰ n ਮਾਈਨਸ 1 ਹੋ ਜਾਊਗਾ। ਠੀਕ ਹੈ, ਇਹ ਆਪਣੇ ਕੋਲ ਪਾਵਰ ਦਾ ਫਾਰਮੂਲਾ ਆ ਗਿਆ। ਨੈਕਸਟ ਜੋ ਫਾਰਮੂਲਾ ਆਪਣੇ ਕੋਲ e ਰੇਜ਼ ਟੂ ਪਾਵਰ x, ਜਿਹੜੀ e ਆ ਇਹ log ਦਾ ਰੈਸੀਪ੍ਰੋਕਲ ਹੁੰਦੀ ਹੈ, ਇਹਨੂੰ ਆਪਾਂ ਐਕਸਪੋਨੈਂਸ਼ੀਅਲ ਬੋਲ ਦਿੰਦੇ ਹਾਂ। ਜਦੋਂ ਵੀ ਆਪਣੇ ਕੋਲ ਇਸ ਤਰ੍ਹਾਂ ਦਾ ਹੁੰਦਾ ਵਾ ਕਿ e ਦੀ ਪਾਵਰ ਕੁਝ ਵੀ ਹੋਵੇ, ਠੀਕ ਹੈ, ਉਹਦਾ ਜਦੋਂ ਡੈਰੀਵੇਟਿਵ ਆਪਾਂ ਕਰਨਾ, ਦੇਖੋ ਕੀ ਕਰਨਾ, ਸਾਰਿਆਂ ਨਾਲੋਂ ਪਹਿਲਾਂ e ਨੂੰ ਆਪਾਂ ਜਿੰਨੀ ਵੀ ਪਾਵਰ ਆ ਐਜ਼ ਇਟ ਹੀ ਲਿਖਣਾ ਹੁੰਦਾ, ਉਸੇ ਤਰ੍ਹਾਂ ਲਿਖਤਾ। ਉਸ ਤੋਂ ਬਾਅਦ ਜਿੰਨੀ ਵੀ ਪਾਵਰ ਆ, ਪਾਵਰ ਦਾ ਡੈਰੀਵੇਟਿਵ ਕਰਨਾ ਹੁੰਦਾ। ਕਿੰਨੀ ਪਾਵਰ ਹੈ ਦੀ x, ਆਪਾਂ ਹੁਣੀ ਕੀਤਾ, x ਦਾ ਡੈਰੀਵੇਟਿਵ x ਨਾਲ 1, e ਦੀ ਪਾਵਰ x ਦਾ ਡੈਰੀਵੇਟਿਵ e ਦੀ ਪਾਵਰ x ਹੀ ਹੋਊਗੀ। ਠੀਕ ਹੈ, ਉਸੇ ਤਰ੍ਹਾਂ ਜੇ ਇਹਦੇ ਨਾਲ ਕੋਈ ਕਾਂਸਟੈਂਟ ਮਲਟੀਪਲਾਈ ਆ, ਉਹ ਆਪਾਂ ਫੇਰ ਕੀ ਕਰਾਂਗੇ, ਐਜ਼ ਇਟ ਹੀ ਉਹਨੂੰ ਡੈਰੀਵੇਟਿਵ ਤੋਂ ਬਾਹਰ ਲਿਖ ਲਾਂਗੇ, ਇਹਦੇ ਨਾਲ ਮਲਟੀਪਲਾਈ ਹੋ ਜਾਊਗਾ। ਇੱਕ ਹੋਰ ਐਗਜ਼ਾਮਪਲ ਹੈ ਜੀ, ਸਪੋਜ਼ ਕਰ ਲਓ e ਰੇਜ਼ ਟੂ ਪਾਵਰ 5x ਆ,
ਇਹਦਾ ਆਪਾਂ ਡੈਰੀਵੇਟਿਵ ਕਰਨਾ। ਦੇਖੋ ਕੀ ਬਣੂਗਾ ਡੈਰੀਵੇਟਿਵ ਇਹਦਾ। ਪਹਿਲਾਂ ਤਾਂ ਆਪਾਂ ਕੀ ਕਿਹਾ ਸੀਗਾ ਕਿ e ਦੀ ਪਾਵਰ ਆਪਾਂ ਸੇਮ ਹੀ ਰੱਖਣੀ ਆ, e ਦੀ ਪਾਵਰ 5x ਇਨਟੂ ਡੈਰੀਵੇਟਿਵ ਕੀ ਕਰਨਾ ਪਾਵਰ ਦਾ d/dx 5x ਦਾ ਡੈਰੀਵੇਟਿਵ e raised to power 5x ਆ ਕਾਂਸਟੈਂਟ ਆ ਐਜ਼ ਇਟ ਹੀ ਲਿਖ ਲੈਣਾ ਇਹਨੂੰ ਆਪਾਂ 5 dx/dx ਕਿੰਨਾ ਬਣ ਗਿਆ ਜੀ ਆਪਣੇ ਕੋਲ x ਦਾ ਡੈਰੀਵੇਟਿਵ x ਨਾਲ 1 ਬਣ ਗਿਆ, ਕਿੰਨਾ ਰਹਿ ਗਿਆ ਇਹ 5 e raised to power 5x ਬਣ ਗਿਆ। ਠੀਕ ਹੈ, ਇਸ ਤਰ੍ਹਾਂ ਆਪਾਂ ਨੂੰ ਸੋਲਵ ਕਰਨਾ ਵਾ। e ਦੀ ਪਾਵਰ ਕੁਝ ਵੀ ਆ ਜੇ ਪਹਿਲਾਂ ਤੁਹਾਨੂੰ ਐਜ਼ ਇਟ ਹੀ ਲਿਖਣਾ, ਉਸ ਤੋਂ ਬਾਅਦ e ਦੀ ਜਿੰਨੀ ਵੀ ਪਾਵਰ ਆਊਗੀ ਉਹਦਾ ਆਪਾਂ ਡੈਰੀਵੇਟਿਵ ਕਰ ਲੈਣਾ। ਨੈਕਸਟ ਆਪਣੇ ਕੋਲ ਡੈਰੀਵੇਟਿਵ ਆਫ log x ਦਾ ਡੈਰੀਵੇਟਿਵ ਕਰਨਾ। ਇਹਦਾ ਦੇਖੋ ਕਿਵੇਂ ਕਰਨਾ ਆਪਾਂ, ਜੋ ਵੀ log ਦੇ ਨਾਲ ਹੋਗੀ x ਵਾਲੀ ਟਰਮ ਪਹਿਲਾਂ ਉਹ 1 ਲਿਖ ਲਾਂਗੇ 1/x ਇਨਟੂ ਡੈਰੀਵੇਟਿਵ ਜੋ ਵੀ log ਦੇ ਨਾਲ ਲੱਗਾ ਹੋਇਆ ਉਹਦਾ ਡੈਰੀਵੇਟਿਵ ਕਰ ਦਾਂਗੇ dx/x। ਠੀਕ ਹੈ, ਪਹਿਲਾਂ ਕੀ ਕਰਨਾ ਆਪਾਂ log x ਦਾ ਜਦੋਂ ਵੀ ਡੈਰੀਵੇਟਿਵ ਕਰਨਾ, ਜਿਹੜੀ ਵੀ ਆਪਣੇ ਕੋਲ x ਵਾਲੀ ਟਰਮ ਆਊਗੀ ਉਹ ਰੈਸੀਪ੍ਰੋਕਲ ਹੋ ਜਾਊਗੀ। ਪਹਿਲਾਂ x ਹੀ ਲੱਗਾ ਸੀ log ਦੇ ਨਾਲ, ਆਪਾਂ ਨੂੰ ਰੈਸੀਪ੍ਰੋਕਲ ਕਰਤਾ 1/x ਹੋ ਗਿਆ ਇਨਟੂ ਡੈਰੀਵੇਟਿਵ x ਦਾ ਜੋ ਵੀ x ਦੇ ਨਾਲ ਲੱਗਾ ਹੋਇਆ। ਠੀਕ ਹੈ, x ਦਾ ਡੈਰੀਵੇਟਿਵ x ਦੇ ਨਾਲ 1 ਹੀ ਹੁੰਦਾ 1/x ਬਣ ਜਾਊਗਾ। ਠੀਕ ਹੈ, ਇਹ ਆਪਣੇ ਕੋਲ log x ਦਾ ਡੈਰੀਵੇਟਿਵ ਆ ਗਿਆ 1/x ਹੁੰਦਾ ਵਾ। ਉਸ ਤੋਂ ਬਾਅਦ ਡੈਰੀਵੇਟਿਵ ਆਫ sin x ਟ੍ਰਿਗਨੋਮੈਟਰੀ ਵਾਲੀ ਟਰਮਸ ਆ ਜਾਂਦੀ ਆਪਣੇ ਕੋਲ ਕਿ sin ਦਾ ਡੈਰੀਵੇਟਿਵ ਕਿੰਨਾ ਹੋਊਗਾ। ਇਹ ਵੀ ਤੁਸੀਂ ਯਾਦ ਹੀ ਰੱਖਣਾ, sin ਦਾ ਡੈਰੀਵੇਟਿਵ ਹੁੰਦਾ ਵਾ x ਦੇ ਨਾਲ cos x, sin ਦਾ ਡੈਰੀਵੇਟਿਵ cos x ਇਨਟੂ ਇਹਦੇ ਤੇ ਵੀ ਉਹੀ ਸੇਮ ਫਾਰਮੂਲਾ, ਜੋ ਵੀ ਆਪਣੇ ਕੋਲ sin ਦੇ ਨਾਲ ਜਿੰਨਾ ਵੀ ਲੱਗਾ ਹੋਇਆ x ਸੀਗਾ ਉਹਦਾ ਡੈਰੀਵੇਟਿਵ ਜ਼ਰੂਰ ਕਰਨਾ। ਇਹ ਐਂਗਲ ਆ ਜੋ x ਲਿਖਿਆ ਆਪਾਂ ਉਹ ਇੱਕ ਤਰ੍ਹਾਂ ਦਾ ਐਂਗਲ ਹੀ ਆ sin x, ਐਂਗਲ ਦਾ ਡੈਰੀਵੇਟਿਵ ਕਰਨਾ। ਦੇਖੋ ਫਾਰਮੂਲਾ ਤੁਹਾਨੂੰ ਦੱਸੀ ਹੋਇਆ, x ਦਾ ਡੈਰੀਵੇਟਿਵ x ਨਾਲ 1 ਹੋ ਜਾਊਗਾ, ਕਿੰਨਾ ਰਹਿ ਗਿਆ cos x। ਠੀਕ ਹੈ, ਕਿਉਂਕਿ ਆ 1 ਬਣ ਜਾਊਗਾ, sin ਦਾ ਡੈਰੀਵੇਟਿਵ ਕੀ ਹੋ ਗਿਆ cos x। ਇਸੇ ਤਰ੍ਹਾਂ d/dx cos x, ਇਹਦਾ ਡੈਰੀਵੇਟਿਵ ਕਰੋਗੇ cos ਦਾ ਡੈਰੀਵੇਟਿਵ ਹੁੰਦਾ -sin x। cos ਦਾ ਡੈਰੀਵੇਟਿਵ -sin x, x ਦਾ ਫੇਰ x ਨਾਲ ਮੈਂ ਲਿਖਿਆ ਨਹੀਂ 1 ਹੋ ਜਾਊਗਾ ਉਦਾਂ ਹੀ ਰਹਿਣਾ। ਉਸ ਤੋਂ ਬਾਅਦ ਡੈਰੀਵੇਟਿਵ ਆਫ tan x, tan ਦਾ ਜੋ ਡੈਰੀਵੇਟਿਵ ਹੈ secant square x ਹੁੰਦਾ। ਤਾਂ ਡੈਰੀਵੇਟਿਵ ਆਫ tan ਕੀ ਹੋਊਗਾ secant square x। ਉਸੇ ਤਰ੍ਹਾਂ ਐਂਗਲ ਦਾ ਫੇਰ ਡੈਰੀਵੇਟਿਵ ਕਰੋਗੇ 1 ਆ ਜਾਊ, ਉਹ ਆਪਾਂ ਨਹੀਂ ਲਿਖਿਆ। ਇਹ ਕੁਝ ਫਾਰਮੂਲੇ ਸੀਗੇ ਜੋ ਆਪਣੇ ਫਿਜ਼ਿਕਸ ਦੇ ਵਿੱਚ ਯੂਜ਼ ਹੋਣਗੇ ਤੇ ਮੇਨ ਫਾਰਮੂਲੇ ਸੀ ਜਿਹੜੇ ਮੈਂ ਤੁਹਾਨੂੰ ਲਿਖਾਏ ਆ। ਇਹ ਫਾਰਮੂਲੇ ਆਪਾਂ ਆਰਟੀਕਲਸ ਦੇ ਵਿੱਚ ਜਾਂ ਕਿਸੇ ਜਦੋਂ ਨੂਮੈਰੀਕਲ ਸੋਲਵ ਕਰਾਂਗੇ ਉਹਦੇ ਵਿੱਚ ਯੂਜ਼ ਕਰਨੇ ਆ। ਇਹ ਫਾਰਮੂਲੇ ਤੁਸੀਂ ਯਾਦ ਕਰਕੇ ਉਹਨਾਂ ਨੂੰ ਅਪਲਾਈ ਕਰਨਾ ਸਿੱਖਣਾ ਕਿ ਕਿਹੜਾ ਫਾਰਮੂਲਾ ਕਿੱਥੇ ਯੂਜ਼ ਹੁੰਦਾ। ਹੁਣ ਆਪਾਂ ਇੱਕ ਕੋਈ ਵੀ ਨੂਮੈਰੀਕਲ ਸੋਲਵ ਕਰਦੇ ਹਾਂ ਨਾਲ ਦਾ ਜਿਹਦੇ 'ਚ ਇਹ ਫਾਰਮੂਲਾ ਯੂਜ਼ ਹੋ ਜੇ, ਇਹਨਾਂ ਦੇ ਵਿੱਚੋਂ ਕੋਈ ਵੀ ਸਪੋਜ਼ ਕਰ ਲਓ ਆਪਣੇ ਕੋਲ ਸਟੇਟਮੈਂਟ ਆ 5x raised to power -2 plus e raised to power -x plus 2b। ਆ ਕੋਈ ਸਟੇਟਮੈਂਟ ਦੇਤੀ, ਇਹਨੂੰ ਆਪਾਂ ਡਿਫਰੈਂਸ਼ੀਏਟ ਕਰਨਾ ਵਾ ਵਿਦ ਰਿਸਪੈਕਟ ਟੂ x। ਇਹਦਾ ਡੈਰੀਵੇਟਿਵ ਕਰਨਾ ਆਪਾਂ x ਦੇ ਵਿਦ ਰਿਸਪੈਕਟ। ਦੇਖੋ ਕੀ ਸੀਗਾ ਸਿੰਬਲ x ਦੇ ਨਾਲ ਕਰਨਾ, ਆ ਦੇਖੋ d/dx ਆ ਗਿਆ, ਜਿਹਦਾ ਡੈਰੀਵੇਟਿਵ ਕਰਨਾ ਉਹ ਸਾਰੀ ਟਰਮ ਬ੍ਰੈਕਟ 'ਚ ਲਿਖ ਲੈਣੀ 5x raised to power -2 plus e ਦੀ ਪਾਵਰ -x plus 2b। ਇਸ ਤੋਂ ਬਾਅਦ ਕੀ ਕਰਨਾ, ਕੱਲੇ ਕੱਲੇ ਕਰ ਲਓ ਕਿਉਂਕਿ ਇਹ ਸਾਰਾ ਜਿਹੜਾ ਵਾ ਇਹਦੇ ਨਾਲ ਮਲਟੀਪਲਾਈ ਹੋ, ਜਿਵੇਂ ਆਪਾਂ ਬ੍ਰੈਕਟ ਸੋਲਵ ਕਰਦੇ ਹਾਂ ਕੀ ਬਣ ਜਾਊਗਾ d/dx 5x raised to power -2
प्लस डी बाई डी एक्स ई रेस टू पावर माइनस एक्स प्लस डी बाई डी एक्स टू बी आ बन गया अपने को। हुण आपां नूं फॉर्मूले पता होने चाहिए कि किहड़ा फॉर्मूला आपां कित्थे यूज करना। आ फॉर्मूला देखो पावर वाला आ गया, आ फॉर्मूला ई दी पावर वाला आ गया ते आ फॉर्मूला 2 भी कांस्टेंट आ b भी कांस्टेंट आ, ਇਹਦਾ मतलब आ सारी टर्म की होगी कांस्टेंट। ਹੁਣ ਪਾਵਰ ਵਾਲਾ ਫਾਰਮੂਲਾ ਯਾਦ ਕਰੋ, ਪਹਿਲਾਂ ਤਾਂ ਕੀ ਲਿਖਿਆ ਸੀ ਮੈਂ ਤੁਹਾਨੂੰ, ਜਿਹੜਾ 5 ਆ ਉਹਦੇ ਨਾਲੋਂ ਬਾਹਰ ਲਿਖ ਲਾਂਗੇ ਆਪਾਂ x raised to power -2 ਰਹਿ ਗਿਆ ਪਲੱਸ d by dx e ਦੀ ਪਾਵਰ -x ਪਲੱਸ 2b ਕਾਂਸਟੈਂਟ ਦਾ ਡੈਰੀਵੇਟਿਵ 0, ਠੀਕ ਹੈ, ਇਹ ਸਾਰਾ ਕੀ ਹੋ ਜਾਊਗਾ 0 ਬਣ ਗਿਆ। ਹੁਣ ਇਹਦੇ ਉੱਤੇ ਫਾਰਮੂਲਾ ਆਪਾਂ ਅਪਲਾਈ ਕਰਨਾ ਵਾ 5 into ਕੀ ਸੀ ਪਾਵਰ ਵਾਲਾ ਫਾਰਮੂਲਾ, ਜਿੰਨੀ ਵੀ ਪਾਵਰ ਆ ਉਹ ਆਪਾਂ ਅੱਗੇ ਲੈ ਆਉਣੀ ਆ, ਕਿੰਨੀਆਂ -2 ਪਾਵਰ ਚੋਂ ਇੱਕ ਮਾਈਨਸ ਹੋ ਜੂ, ਕਿੰਨਾ ਰਹਿ ਗਿਆ -2 -1 ਹੋਣਾ ਪਾਵਰ ਚੋਂ ਮਾਈਨਸ ਦੇ 3 ਰਹਿ ਗਏ ਪਲੱਸ e रेज़ टू पावर -x ਕੀ ਸੀ ਫਾਰਮੂਲਾ ਦੇਖੋ e ਦੀ ਪਾਵਰ -x ਸੀਗਾ, ਇੱਥੇ x ਸੀਗਾ, ਹੁਣ ਕੀ ਆ -x, ਪਹਿਲਾ ਕਾਲਮ ਲਿਖਾਂਗੇ ਆਪਾਂ ਜਿੰਨੀ ਪਾਵਰ ਆ e ਦੀ ਪਾਵਰ -x ਇਨਟੂ ਡੈਰੀਵੇਟਿਵ ਕਿਹਦਾ ਕਰਨਾ ਸੀ ਆਪਾਂ ਕਿਹਾ ਸੀਗਾ ਪਾਵਰ ਦਾ ਡੈਰੀਵੇਟਿਵ, ਇੱਥੇ x ਸੀ, x ਦਾ ਡੈਰੀਵੇਟਿਵ ਆਪਾਂ ਨੂੰ ਪਤਾ 1 ਹੁੰਦਾ, ਹੁਣ ਕੀ ਆ ਹੁਣ -x ਆ, ਕੀ ਬਣ ਜਾਊਗਾ 5 into 2 -10 x raised to power -3। और देखो e की पावर आ तो एज इट ही रहूगा -x, आ माइनस बाहर ले आओ प्लस माइनस हो गया, ब्रैकेट तो बाहर आ गया, x का डेरिवेटिव x ਨਾਲ ਫਿਰ ਕਿੰਨਾ ਬਣ ਗਿਆ 1, ਆਪਣੇ ਕੋਲ ਆਨਸਰ ਆ ਜਾਊਗਾ। मतलब इस तरह ਤੁਸੀਂ ਫਾਰਮੂਲੇ ਯਾਦ ਕਰਕੇ ਉਹਨੂੰ ਕਿੱਦਾਂ ਅਪਲਾਈ ਕਰਨਾ ਉਹ ਤੁਹਾਨੂੰ ਪਤਾ ਹੋਣਾ ਚਾਹੀਦਾ। ਇਹ ਜਿੰਨੇ ਵੀ ਆਪਾਂ ਫਾਰਮੂਲੇ ਕੀਤੇ ਆ, ਠੀਕ ਆ, ਉਹ ਇੰਪੋਰਟੈਂਟ ਆ, ਇਹਨਾਂ ਦੇ ਵਿੱਚੋਂ ਆਪਾਂ ਸਾਰੇ ਫਾਰਮੂਲੇ ਕਈ ਜਗ੍ਹਾ ਦੇ ਵਿੱਚ ਯੂਜ਼ ਹੋਣਗੇ। ਇਹ ਸੀਗਾ ਆਪਣੇ ਕੋਲ ਅੱਜ ਦਾ ਟੌਪਿਕ ਡਿਫਰੈਂਸ਼ੀਏਸ਼ਨ। ਇਹ ਚੰਗੀ ਤਰ੍ਹਾਂ ਤੁਸੀਂ ਇਹਨਾਂ ਨੂੰ ਰਾਈਟ ਕਰਕੇ ਤੇ ਯਾਦ ਕਰਨਾ, ਫਿਰ ਇਹਨਾਂ ਨੂੰ ਅਪਲਾਈ ਕਿੱਦਾਂ ਕਰਨਾ ਉਹਦੀ ਪ੍ਰੈਕਟਿਸ ਕਰਨੀ ਆ। ਥੈਂਕਸ।